हाँ जी बेटा, चैप्टर 15 आधुनिक काव्य का अपना लास्ट चैप्टर है सुरजीत पात्र। ठीक है, पहला ਆਪਾਂ ਸਭ ਤੋਂ ਪਹਿਲਾਂ ਸੁਰਜੀਤ ਪਾਤਰ ਜੀ ਦੇ ਉਹਨਾਂ ਦੇ ਜਨਮ ਬਾਰੇ, ਠੀਕ ਹੈ, ਉਹਨਾਂ ਨੇ ਕਿਹੜੇ-ਕਿਹੜੇ ਕਾਵਿ ਸੰਗ੍ਰਹਿ ਲਿਖੇ, ਗਜ਼ਲਾਂ ਲਿਖੀਆਂ, ਫਿਰ ਉਸ ਤੋਂ ਬਾਅਦ ਆਪਾਂ ਉਹਨਾਂ ਦੀਆਂ ਕਵਿਤਾਵਾਂ ਬਾਰੇ ਵਿਸਥਾਰਪੂਰਵਕ ਪੜਾਂਗੇ। ਠੀਕ ਹੈ, ਉਹਨਾਂ ਦੀਆਂ ਦੋ ਕਵਿਤਾਵਾਂ ਨੇ ਇਸ ਦੇ ਵਿੱਚ ਜਿਹੜੀਆਂ ਆਪਣੀ ਬੁੱਕ ਦੇ ਵਿੱਚ ਦਿੱਤੀਆਂ ਹੋਈਆਂ ਨੇ, ਆਇਆ ਆਨੰਦ ਕਿਸ਼ੋਰ ਤੇ ਕੱਚ ਦਾ ਗਲਾਸ। ਠੀਕ ਹੈ, ਸਭ ਤੋਂ ਪਹਿਲਾਂ ਬੇਟਾ ਸੁਰਜੀਤ ਪਾਤਰ ਦਾ ਜਨਮ ਪਿੰਡ ਪੱਤੜ ਕਲਾਂ, ਜ਼ਿਲ੍ਹਾ ਜਲੰਧਰ ਵਿਖੇ 13 ਜਨਵਰੀ 1945 ਈਸਵੀ ਨੂੰ ਪਿਤਾ ਸਰਦਾਰ ਹਰਭਜਨ ਸਿੰਘ ਅਤੇ ਮਾਤਾ ਸਰਦਾਰਨੀ ਗੁਰਬਖਸ਼ ਕੌਰ ਦੇ ਘਰ ਹੋਇਆ। ਆਪ ਨੇ ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪਾਸ ਕਰਕੇ ਐਮਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ। ਆਪ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭਾਸ਼ਾ ਅਤੇ ਸੰਚਾਰ ਵਿਭਾਗ ਵਿੱਚ ਬਤੌਰ ਪ੍ਰੋਫੈਸਰ ਕਾਰਜਸ਼ੀਲ ਰਹੇ, ਮਤਲਬ ਉਹਨਾਂ ਚਿਰ ਉਹ ਸ਼ਾਮਲ ਰਹੇ। ਹੁਣ ਉਹਨਾਂ ਦੀ ਇਸ ਵਕਤ ਉਹਨਾਂ ਦੀ 75 ਸਾਲ ਦੀ ਉਮਰ ਹੋ ਚੁੱਕੀ ਹੈ। ਪੰਜਾਬੀ ਸਾਹਿਤ ਜਗਤ ਵਿੱਚ ਆਪ ਦੀ ਪ੍ਰਸਿੱਧੀ ਇੱਕ ਸਫਲ ਗਜ਼ਲਕਾਰ, ਗਜ਼ਲਾਂ ਲਿਖਣ ਵਾਲੇ, ਗੀਤਕਾਰ ਅਤੇ ਕਵੀ ਵਜੋਂ ਹੋਈ। ਆਪ ਦੇ ਪਹਿਲੇ ਗਜ਼ਲ ਸੰਗ੍ਰਹਿ ਹਵਾ ਵਿੱਚ ਲਿਖੇ ਹਰਫ ਦੀ ਗਜ਼ਲ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਬਹੁਤ ਪ੍ਰਸਿੱਧ ਹੋਈਆਂ। ਪਹਿਲੇ ਉਹਨਾਂ ਦੇ ਕਾਵਿ ਸੰਗ੍ਰਹਿ ਕਿਹੜੇ ਸੀ? ਹਵਾ ਵਿੱਚ ਲਿਖੇ ਹਰਫ ਅਤੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ। ਠੀਕ ਹੈ, ਇਸ ਤੋਂ ਬਾਅਦ ਹਨੇਰੀ ਵਿੱਚ ਸੁਲਗਦੀ ਵਰਣਮਾਲਾ, ਵਿਰਖ ਅਰਜ ਕਰੇ, ਲਫ਼ਜ਼ਾਂ ਦੀ ਦਰਗਾਹ, ਸਦੀ ਦੀਆਂ ਤ੍ਰਿਕਾਲਾਂ, ਸੁਰਜਮੀਨ ਆਪ ਦੀਆਂ ਪ੍ਰਸਿੱਧ ਕਾਵਿ ਪੁਸਤਕਾਂ ਹਨ। ਸੂਰਜ ਮੰਦਰ ਦੀਆਂ ਪੌੜੀਆਂ ਆਪ ਦੀ ਵਾਰਤਕ ਪੁਸਤਕ ਹੈ। ਠੀਕ ਹੈ ਬੇਟਾ, ਇਹ ਤੁਸੀਂ ਜ਼ਰੂਰ ਬੇਟਾ ਇਹਨਾਂ ਦੇ ਕਵਿਤਾਵਾਂ ਬਾਰੇ, ਕਾਵਿ ਸੰਗ੍ਰਹਿ, ਗਜ਼ਲਾਂ ਬਾਰੇ ਜ਼ਰੂਰ ਯਾਦ ਕਰਨਾ ਹੈ, ਕਿਉਂਕਿ ਇੱਕ ਨੰਬਰ ਦੇ ਵਿੱਚ ਇਹਨਾਂ ਦੇ ਪ੍ਰਸ਼ਨ ਪੁੱਛੇ ਜਾਂਦੇ ਨੇ। ਆਪ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਸਨਮਾਨ ਅਤੇ ਵਿਰਲਾ ਫਾਊਂਡੇਸ਼ਨ ਵੱਲੋਂ ਸਰਸਵਤੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਠੀਕ ਹੈ, ਹੁਣ ਅੱਗੇ ਬੇਟਾ ਆਪਾਂ ਹੀ ਪੜ੍ਹਦੇ ਹਾਂ ਕਵਿਤਾ ਉਹਨਾਂ ਦੀ ਆਇਆ ਆਨੰਦ ਕਿਸ਼ੋਰ। ਠੀਕ ਹੈ, ਪਿੱਛੇ ਪਿੱਛੇ ਰਿਜ਼ਕ ਦੇ ਆਇਆ ਆਨੰਦ ਕਿਸ਼ੋਰ, ਚੱਲ ਕੇ ਦੂਰ ਬਿਹਾਰ ਤੋਂ ਗੱਡੀ ਬੈਠ ਸਿਆਲ ਦਾ ਨਾਲ ਬਥੇਰੇ ਹੋਰ। ਠੀਕ ਹੈ, ਹੁਣ ਇਸ ਕਾਵਿ ਸੰਗ੍ਰਹਿ ਦੇ ਇਸ ਕਵਿਤਾ ਦੇ ਵਿੱਚ ਕਵੀ ਕੀ ਕਹਿਣਾ ਚਾਹ ਰਿਹਾ ਹੈ? ਇਹਨਾਂ ਕਾਵਿ ਸਤਰਾਂ ਦੇ ਵਿੱਚ ਕਵੀ ਕਹਿੰਦਾ ਹੈ ਕਿ ਰੁਜ਼ਗਾਰ ਦੀ ਭਾਲ ਕਰਦੇ ਹੋਏ ਜਿਹੜਾ ਆਨੰਦ ਕਿਸ਼ੋਰ ਹੈ ਉਹ ਬਿਹਾਰ ਤੋਂ ਸਿਆਲਦਾ ਰੇਲ ਗੱਡੀ ਦੇ ਵਿੱਚ, ਠੀਕ ਹੈ, ਰੇਲ ਗੱਡੀ ਦਾ ਨਾਮ ਹੈ ਸਿਆਲਦਾ, ਰੇਲ ਗੱਡੀ ਦੇ ਵਿੱਚ ਬੈਠ ਕੇ ਆਇਆ ਹੈ। ਜਿਹੜਾ ਉਸਦਾ ਦਾਣਾ ਪਾਣੀ ਸੀ ਉਹਨੂੰ ਬਿਹਾਰ ਤੋਂ ਪੰਜਾਬ ਵੱਲ ਨੂੰ ਖਿੱਚ ਲਿਆਇਆ। ਠੀਕ ਹੈ, ਗੱਡੀ ਬੈਠ ਸਿਆਲਦਾ ਨਾਲ ਬਥੇਰੇ ਹੋਰ, ਤੇ ਜਿਹੜੇ ਬਿਹਾਰ ਤੋਂ ਪੰਜਾਬ ਵੱਲ ਨੂੰ ਆਉਣ ਵਾਲੇ ਹੋਰ ਵੀ ਉਹਦੇ ਬਹੁਤ ਸਾਰੇ ਸਾਥੀ ਬੈਠੇ ਸੀਗੇ। ਠੀਕ ਹੈ, ਆਨੰਦ ਕਿਸ਼ੋਰ ਦੇ ਨਾਲ ਕੌਣ ਸੀ? ਰਾਮਕਲੀ ਵੀ ਨਾਲ ਸੀ, ਸੁਗੜ ਲੁਗਾਈ ਉਸਦੀ, ਲੁਗਾਈ ਹੁੰਦਾ ਪਤਨੀ ਜਾਂ ਘਰ ਵਾਲੀ। ਠੀਕ ਹੈ, ਸੁਗੜ ਸਿਆਣੀ ਰਾਮਕਲੀ। ਹੁਣ ਇਸ ਦੇ ਵਿੱਚ ਕਿਹਾ ਗਿਆ ਆਨੰਦ ਕਿਸ਼ੋਰ ਦੇ ਨਾਲ ਉਸਦੀ ਸੂਝਵਾਨ ਪਤਨੀ ਸੀ ਰਾਮਕਲੀ। ਠੀਕ ਹੈ, ਜੋ ਕਿ ਬਹੁਤ ਹੀ ਸੁਗੜ ਸਿਆਣੀ ਸੀ। ਠੀਕ ਹੈ, ਫਿਰ ਲੁਧਿਆਣੇ ਦੇ ਕੋਲ ਹੀ ਇੱਕ ਪਿੰਡ ਬਾੜੇਵਾਲ ਵਿੱਚ, ਠੀਕ ਹੈ, ਲੁਧਿਆਣੇ ਦੇ ਨੇੜੇ ਇੱਕ ਪਿੰਡ ਹੈ, ਪਿੰਡ ਦਾ ਨਾਮ ਕੀ ਹੈ? ਬਾੜੇਵਾਲ। ਉਹਦੇ ਵਿੱਚ ਉਹ ਆ ਕੇ ਰਹਿਣ ਲੱਗ ਪਿਆ। ਠੀਕ ਹੈ, ਅੱਗੇ ਹੈ ਬੇਟਾ ਜੜ ਲੱਗੀ ਤੇ ਪੁੰਗਰੀ, ਰਾਮਕਲੀ ਦੀ ਕੁੱਖ ਚੋਂ ਜਨਮੀ ਬੇਟੀ ਉਸਦੀ, ਨਾਂ ਧਰਿਆ ਸੀ ਮਾਧੁਰੀ। ਠੀਕ ਹੈ, ਫਿਰ ਉਸ ਤੋਂ ਬਾਅਦ ਉਸਦੀ ਰਾਮਕਲੀ ਦੀ ਉਸੇ ਹੀ ਪਿੰਡ ਦੇ ਵਿੱਚ ਰਾਮਕਲੀ ਦੀ ਕੁੱਖ ਨੂੰ ਭਾਗ ਲੱਗੇ, ਉਸਨੇ ਇੱਕ ਬੱਚੀ ਨੂੰ ਜਨਮ ਦਿੱਤਾ। ਉਸ ਬੱਚੀ ਦਾ ਨਾਮ ਕੀ ਰੱਖਿਆ ਗਿਆ? ਮਾਧੁਰੀ ਰੱਖਿਆ ਗਿਆ। ਠੀਕ ਹੈ, ਕੱਲ ਮੈਂ ਦੇਖੀ ਮਾਧੁਰੀ ਉਸੇ ਪਿੰਡ ਸਕੂਲ ਵਿੱਚ, ਗੁੱਤਾਂ ਬੰਨ ਕੇ ਰੀਵਨ ਵਿੱਚ, ਸੋਹਣੀ ਪੱਟੀ ਪੋਚ ਕੇ, ਊੜਾ ਐੜਾ ਲਿਖ ਰਹੀ ਬੇਟੀ ਆਨੰਦ ਕਿਸ਼ੋਰ ਦੀ। ਠੀਕ ਹੈ, ਕਵੀ ਕਹਿੰਦਾ ਹੈ ਕਿ ਕੱਲ ਮੈਂ ਦੇਖਿਆ ਕਿ ਆਨੰਦ ਕਿਸ਼ੋਰ ਤੇ ਰਾਮਕਲੀ ਦੀ ਜਿਹੜੀ ਲਾਡਲੀ ਧੀ ਹੈ, ਲਾਡਲੀ ਬੇਟੀ ਹੈ ਮਾਧੁਰੀ, ਉਹ ਕਿ ਬਾੜੇਵਾਲ ਦੇ ਪਿੰਡ ਦੇ ਸਕੂਲ ਵਿੱਚ ਆਪਣਾ ਸਿਰ ਬਹਾ ਕੇ ਦੋ ਗੁੱਤਾਂ ਦੇ ਵਿੱਚ ਰੀਵਨ ਪਾ ਕੇ ਆਈ ਹੋਈ ਸੀ ਤੇ ਸੋਹਣੀ ਪੱਟੀ ਪੋਚ ਕੇ, ਤੇ ਸੋਹਣੀ ਜਿਹੜੀ ਉਹਨੇ ਫੱਟੀ ਹੈ ਜਿਹੜੀ ਕਿ ਉਹ ਬਹੁਤ ਸੋਹਣੇ ਢੰਗ ਦੇ ਨਾਲ ਪੋਚ ਕੇ ਰੱਖੀ ਹੋਈ ਸੀ, ਜਿਸ ਦੇ ਉੱਪਰ ਕੀ ਲਿਖਿਆ ਸੀ? ਊੜਾ ਆੜਾ ਲਿਖ ਰਹੀ, ਜਿਸ ਦੇ ਉੱਪਰ ਗੁਰਮੁਖੀ ਵਰਣਮਾਲਾ, ਠੀਕ ਹੈ, ਆਪਣੀ ਊੜਾ ਆੜਾ ਉਹ ਲਿਖ ਰਹੀ ਸੀਗੀ। ਠੀਕ ਹੈ, ਕਵੀ ਕਹਿੰਦਾ ਕਿ ਕਿੰਨਾ ਗੂੜਾ ਰਿਸ਼ਤਾ ਹੈ ਰਿਜ਼ਕ ਅਤੇ ਅੱਖਰਾਂ ਦਾ।
ठीक है। देख ਉਹ ਬਿਹਾਰ ਤੋਂ ਚੱਲ ਕੇ ਪੰਜਾਬ ਦੇ ਵਿੱਚ ਆਏ ਰਿਜ਼ਕ ਦੀ ਖਾਤਰ ਤੇ ਉਹਨਾਂ ਦੀ ਬੇਟੀ ਹੈ ਜਿਹੜੀ ਕੀ ਹੈ ਉਹ ਪੰਜਾਬੀ ਵਰਣਮਾਲਾ ਸਿੱਖ ਰਹੀ ਹੈ। ਬੇਟੀ ਨੰਦ ਕਿਸ਼ੋਰ ਦੀ, ਠੀਕ ਹੈ, ਭਾਵ ਕੀ ਹੈ ਰਿਜ਼ਕ ਦੀ ਖਾਤਰ ਨੰਦ ਕਿਸ਼ੋਰ ਜੇਕਰ ਲੁਧਿਆਣੇ ਨਾ ਆਉਂਦਾ ਤਾਂ ਉਸ ਦੀ ਧੀ ਪੰਜਾਬੀ ਕਿੱਥੋਂ ਪੜ੍ਹਨੀ ਸੀ। ਕਿੰਨਾ ਗੂੜਾ ਸਾਕ ਹੈ ਅੱਖਰਾਂ ਤੇ ਰਿਜ਼ਕ ਦਾ, ਠੀਕ ਹੈ। ਇਸੇ ਪਿੰਡ ਦੇ ਲਾਡਲੇ ਪੋਤੇ ਅਛਰ ਸਿੰਘ ਦੇ ਆਪਣੇ ਪਿਓ ਦੀ ਕਾਰ ਵਿੱਚ ਬੈਲ ਲੁਧਿਆਣੇ ਆਮਦੇ ਕਨਵੈਂਟ ਵਿੱਚ ਪੜ੍ਹ ਰਹੇ ABCD ਸਿੱਖਦੇ, ਠੀਕ ਹੈ। ਫਿਰ ਕਵੀ ਕਹਿੰਦਾ ਹੈ ਇਸੇ ਹੀ ਪਿੰਡ ਦੇ ਇੱਕ ਵਿਅਕਤੀ ਹੈ, ਉਹਦਾ ਨਾਮ ਕੀ ਹੈ ਅਛਰ ਸਿੰਘ, ਠੀਕ ਹੈ। ਅਛਰ ਸਿੰਘ ਦੇ ਜਿਹੜੇ ਪੋਤੇ ਨੇ, ਲਾਡਲੇ ਪੋਤੇ ਨੇ, ਉਹ ਆਪਣੇ ਪੋਤਿਆਂ ਨੂੰ ਕਾਰ ਦੇ ਵਿੱਚ ਬਿਠਾ ਕੇ ਲੁਧਿਆਣੇ ਦੇ ਕਨਵੈਂਟ ਸਕੂਲ ਦੇ ਵਿੱਚ, ਠੀਕ ਹੈ, ਭਾਵ ਕੀ ਹੈ CBSE ਸਕੂਲ ਦੇ ਵਿੱਚ ਪੜ੍ਹਨ ਲਈ ਉਹ ਲੈ ਕੇ ਆਉਂਦਾ ਤੇ ਉਹਨਾਂ ਨੂੰ ਛੱਡ ਕੇ ਆਉਂਦਾ, ਭਾਵ ਕੀ ਨੇ ਉਹ ABCD ਸਿੱਖਦੇ, ਭਾਵ ਕੀ ਉਹ ABC ਸਿੱਖ ਰਹੇ ਨੇ, ਅੰਗਰੇਜ਼ੀ ਦੇ ਵਿੱਚ ਪੜ੍ਹਦੇ ਨੇ, ਠੀਕ ਹੈ। ਤੇ ਉਧਰੋਂ ਦੂਸਰੇ ਪਾਸੇ ਕੀ ਹੈ ਜਿਹੜਾ ਨੰਦ ਕਿਸ਼ੋਰ ਹੈ ਉਹ ਆਪਣੀ ਧੀ ਨੂੰ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਦੀ ਥਾਂ ਤੇ ਅੰਗਰੇਜ਼ੀ ਪੜ੍ਹਾਉਣ ਵਿੱਚ ਫਖਰ ਮਹਿਸੂਸ ਕਰਦੇ ਨੇ, ਪਰ ਜਿਹੜੇ ਅੱਜ ਕੱਲ੍ਹ ਦੇ ਲੋਕ ਨੇ, ਠੀਕ ਹੈ। ਦੂਸਰੇ ਪਾਸੇ ਜਿਹੜਾ ਨੰਦ ਕਿਸ਼ੋਰ ਹੈ ਉਹ ਆਪਣੀ ਬੇਟੀ ਨੂੰ ਕੀ ਹੈ ਪੰਜਾਬੀ ਵਰਣਮਾਲਾ ਪੜ੍ਹਾ ਰਿਹਾ, ਭਾਵ ਪੰਜਾਬੀ ਸਿਖਾ ਰਿਹਾ, ਠੀਕ ਹੈ। ABCD ਸਿੱਖਦੇ ਪੋਤੇ ਅਛਰ ਸਿੰਘ ਦੇ ਕਿੰਨਾ ਗੂੜਾ ਸਾਕ ਹੈ ਅੱਖਰ ਤੇ ਆਕਾਂਖਿਆ ਦਾ। ਆਕਾਂਖਿਆ ਹੁੰਦਾ ਇੱਛਾ ਜਾਂ ਅਭਿਲਾਸ਼ਾ, ਠੀਕ ਹੈ। ਪਿੱਛੇ ਪਿੱਛੇ ਰਿਜ਼ਕ ਦੇ ਆਇਆ ਨੰਦ ਕਿਸ਼ੋਰ। ਕਵੀ ਕੀ ਕਹਿੰਦਾ ਇਹਦੇ ਵਿੱਚ, ਕਹਿੰਦਾ ਵੀ ਪਿੱਛੇ ਪਿੱਛੇ ਆ ਕੇ ਨੰਦ ਕਿਸ਼ੋਰ ਜੋ ਕਿ ਇੱਕ ਪ੍ਰਵਾਸੀ ਸੀ ਉਹ ਆਪਣੀ ਧੀ ਨੂੰ ਪੰਜਾਬੀ ਪੜ੍ਹਾਉਂਦਾ ਹੈ, ਪਰ ਜਿਹੜੇ ਪੰਜਾਬ ਦੇ ਲੋਕ ਨੇ ਉਹ ਕਿ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਮੀਡੀਅਮ ਸਕੂਲ ਦੇ ਪੜ੍ਹਾਉਣ ਦੇ ਵਿੱਚ ਫਖਰ ਮਹਿਸੂਸ ਕਰਦੇ ਨੇ ਵੀ ਅਸੀਂ ਹਾਂ ਪੰਜਾਬੀ ਦੀ ਥਾਂ ਤੇ ਅਸੀਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾ ਰਹੇ ਹਾਂ, ਠੀਕ ਹੈ। ਇਸੇ ਤਰ੍ਹਾਂ ਹੀ ਅੱਖਰ ਤੇ ਆਕਾਂਖਿਆ, ਇਸੇ ਤਰ੍ਹਾਂ ਹੀ ਅੱਖਰਾਂ ਦਾ ਕਿੰਨਾ ਗੂੜਾ ਰਿਸ਼ਤਾ ਹੈ ਅੱਖਰਾਂ ਦਾ ਅਤੇ ਇੱਛਾ ਦਾ, ਠੀਕ ਹੈ। ਨੈਕਸਟ ਕਵਿਤਾ ਬੇਟਾ, ਕੱਚ ਦਾ ਗਲਾਸ। ਅੱਜ ਮੇਰੇ ਕੋਲੋਂ ਕੰਚ ਦਾ ਗਲਾਸ ਟੁੱਟਿਆ ਤੇ ਮੈਨੂੰ ਅਮੜੀ ਨੇ ਦਿੱਤੀਆਂ ਲੱਖ ਝਿੜਕਾਂ ਤੇ ਮੇਰੇ ਨੈਣਾ ਵਿੱਚੋਂ ਛਮ-ਛਮ ਨੀਰ ਫੁੱਟਿਆ ਮੇਰੇ ਨੈਣਾ ਵਿੱਚੋਂ। ਇਸ ਦੇ ਵਿੱਚ ਕਵੀ ਕੀ ਕਹਿ ਰਿਹਾ ਹੈ, ਕਵਿਤਾ ਦੇ ਵਿੱਚ ਕਵੀ ਇੱਕ ਮੁਟਿਆਰ ਦੇ ਦਿਲ ਦੇ ਜਿਹੜੇ ਜਜ਼ਬਾਤ ਹੁੰਦੇ ਨੇ, ਭਾਵ ਹੁੰਦੇ ਨੇ, ਉਹ ਪੇਸ਼ ਕਰਦਾ ਹੋਇਆ ਕਹਿੰਦਾ ਹੈ ਵੀ ਕੰਚ ਦਾ ਗਲਾਸ ਟੁੱਟਣ ਤੇ ਤਾਂ ਆਵਾਜ਼ ਆ ਜਾਂਦੀ ਹੈ, ਪਰ ਜਦੋਂ ਕਿਸੇ ਦਾ ਦਿਲ ਟੁੱਟਦਾ ਹੈ ਉਹਦੇ ਨਾਲ ਕੀ ਹੈ ਸਿਰਫ ਅੱਖਾਂ ਦੇ ਵਿੱਚੋਂ ਅਥਰੂ ਹੀ ਬਹਿੰਦੇ ਨੇ, ਠੀਕ ਹੈ। ਅੱਜ ਮੇਰੇ ਕੋਲੋਂ ਕੰਚ ਦਾ ਗਲਾਸ ਟੁੱਟਿਆ ਤੇ ਮੈਨੂੰ ਅਮੜੀ ਨੇ ਦਿੱਤੀਆਂ ਲੱਖਾਂ ਝਿੜਕਾਂ, ਠੀਕ ਹੈ। ਕਵੀ ਕਹਿੰਦਾ ਕਿ ਮੁਟਿਆਰ ਦੇ ਕੋਲੋਂ ਅੱਜ ਇੱਕ ਕੰਚ ਦਾ ਗਲਾਸ ਟੁੱਟ ਜਾਣ ਦੇ ਨਾਲ ਕੀ ਹੈ ਉਸਦੀ ਮਾਂ ਵੱਲੋਂ ਉਸਨੂੰ ਬਹੁਤ ਜ਼ਿਆਦਾ ਝਿੜਕਾਂ ਦਿੱਤੀਆਂ ਜਾਂਦੀਆਂ ਨੇ, ਠੀਕ ਹੈ। ਤੇ ਜਦੋਂ ਉਹਨੂੰ ਝਿੜਕਾਂ ਦਿੱਤੀਆਂ ਜਾਂਦੀਆਂ ਤੇ ਮੁਟਿਆਰ ਹੈ ਜਿਹੜੇ ਆਪਣੇ ਦਿਲ ਦੇ ਜਜ਼ਬਾਤ ਪੇਸ਼ ਕਰਦੀ ਹੋਈ ਕਹਿੰਦੀ ਹੈ ਕਿ ਮਾਂ ਵੱਲੋਂ ਝਿੜਕਾਂ ਪੈਣ ਕਾਰਨ ਜਿਹੜੇ ਮੇਰੇ ਅੱਖਾਂ ਦੇ ਵਿੱਚੋਂ ਨੀਰ ਆ ਉਹ ਕੀ ਹੈ ਛਮ-ਛਮ ਕਰਕੇ ਫੁੱਟ ਪਿਆ ਹੈ, ਭਾਵ ਕੀ ਹੈ ਜ਼ੋਰ-ਜ਼ੋਰ ਦੀ ਉਹ ਅਥਰੂਆਂ ਦੀਆਂ ਝੜੀਆਂ ਲੱਗ ਗਈਆਂ ਨੇ, ਜ਼ੋਰ-ਜ਼ੋਰ ਦੀ ਉਹ ਉੱਚੀ-ਉੱਚੀ ਰੋਣ ਲੱਗ ਪਈ ਹੈ, ਠੀਕ ਹੈ। ਮੇਰੀ ਅੰਮੀ ਨੀ ਮੈਨੂੰ ਇੱਕ ਗੱਲ ਦੱਸ ਦੇ, ਲੋਕੀ ਦਿਲ ਤੋੜ ਦਿੰਦੇ ਨੇ ਤੇ ਕਿੱਦਾਂ ਹੱਸਦੇ ਨੇ। ਕਵੀ ਕਹਿੰਦਾ ਕਿ ਕੰਚ ਦਾ ਗਲਾਸ ਟੁੱਟਣ ਦੇ ਨਾਲ ਕੀ ਹੈ ਮਾਂ ਵੱਲੋਂ ਜਿਹੜੀਆਂ ਝਿੜਕਾਂ ਆਪਣੀ ਮੁਟਿਆਰ ਧੀ ਨੂੰ ਦਿੰਦੀ ਹੈ ਤੇ ਫਿਰ ਉਹ ਆਪਣੀ ਮਾਂ ਨੂੰ ਕਹਿੰਦੀ ਹੈ ਵੀ ਮੇਰੀ ਮਾਏ ਮੈਨੂੰ ਇੱਕ ਵਾਰੀ ਦੱਸ ਦੇ ਕਿ ਲੋਕੀ ਦਿਲ ਤੋੜ ਕੇ ਕਿਵੇਂ ਹੱਸ ਲੈਂਦੇ ਨੇ, ਭਾਵ ਕਿਸੇ ਦਾ ਦਿਲ ਤੋੜ ਕੇ ਕਿਸੇ ਨੂੰ ਦੁਖੀ ਕਰਕੇ ਲੋਕ ਕਿਵੇਂ ਖੁਸ਼ੀ ਰਹਿ ਸਕਦੇ ਨੇ, ਠੀਕ ਹੈ। ਇਹੋ ਜਿਹੇ ਗਲਾਸ ਨੀ ਮਾਏ ਵਿਕਦੇ ਲੱਖ ਬਾਜ਼ਾਰੀ, ਦਿਲ ਨਾ ਮਿਲਦੇ ਬਲਖ ਬੁਖਾਰੇ ਅੱਖੀਂ, ਠੀਕ ਹੈ। ਅਤੇ ਹਜ਼ਾਰੀ ਕਿਰ ਜਾਂਦੇ ਨੈਣਾ ਦੇ ਮੋਤੀ ਮਾਏ ਝਿੜਕ ਨਾ ਮਾਰੀ ਮੇਰੇ ਨੈਣਾ ਵਿੱਚੋਂ, ਠੀਕ ਹੈ। ਫਿਰ ਇਸ ਦੇ ਵਿੱਚ ਕਵੀ ਕੀ ਕਹਿੰਦਾ ਹੈ, ਹੁਣ ਬਲਖ ਬੁਖਾਰੇ, ਇਹਦੇ ਵਿੱਚ ਬਲਖ ਬੁਖਾਰੇ ਸ਼ਬਦ ਹੈ ਇੱਕ, ਠੀਕ ਹੈ। ਇਹ ਕੀ ਹੈ ਅਫਗਾਨੀ, ਭਾਵ ਕੀ ਹੈ ਤੁਰਕਸਤਾਨ ਦਾ ਇੱਕ ਪੁਰਾਣਾ ਸ਼ਹਿਰ ਹੈ, ਉਹਦਾ ਨਾਮ ਕੀ ਹੈ ਬਲਖ ਬੁਖਾਰੇ, ਠੀਕ ਹੈ। ਇਹੋ ਜਿਹੇ ਗਲਾਸ ਨੀ ਮਾਏ, ਕਵੀ ਇਹਦੇ ਵਿੱਚ ਕਹਿ ਰਿਹਾ ਹੈ ਇੱਕ ਮੁਟਿਆਰ ਧੀ ਹੈ ਜਿਹੜੀ ਉਹ ਆਪਣੇ ਵਿਚਾਰ ਭਾਵ ਦੱਸ ਰਹੀ ਹੈ ਵੀ ਕੰਚ ਦੇ ਇਸ ਤਰ੍ਹਾਂ ਪ੍ਰਕਾਰ ਦੇ ਗਲਾਸ ਨੇ ਜਿਹੜੇ ਬਾਜ਼ਾਰਾਂ ਦੇ ਵਿੱਚ ਲੱਖਾਂ ਹੀ ਮਿਲ ਜਾਂਦੇ ਨੇ, ਠੀਕ ਹੈ, ਪਰ ਜਿਹੜੇ ਪਿਆਰ ਕਰਨ ਵਾਲੇ ਦਿਲ ਨੇ ਉਹ ਬਲਖ ਬੁਖਾਰੇ ਸ਼ਹਿਰ ਵਿੱਚ ਹੀ ਮਿਲਦੇ ਨੇ, ਠੀਕ ਹੈ। ਭਾਵ ਜਿੱਥੋਂ ਦੇ ਉਹਨੂੰ ਲੜਕੇ ਨੂੰ ਉਹ ਪਿਆਰ ਕਰਦੀ ਹੈ, ਠੀਕ ਹੈ, ਤੇ ਨਾ ਹੀ ਲੱਖਾਂ ਤੇ ਹਜ਼ਾਰਾਂ ਮੁੱਲ ਖਰਚ ਕੇ ਵੀ ਇਹ ਚੀਜ਼ ਨਹੀਂ ਮਿਲਦੀ ਹੈਗੀ। ਮਾਂ ਮੈਨੂੰ ਝਿੜਕ ਨਾ ਮਾਰੀ, ਤੇਰੀ ਇਸ ਝਿੜਕ ਦੇ ਨਾਲ ਕੀ ਹੈ ਮੇਰੇ ਅੱਖਾਂ ਦੇ ਵਿੱਚੋਂ ਨੈਣਾਂ ਦੇ ਵਿੱਚੋਂ
ਅਥਰੂ ਰੂਪੀ ਮੋਤੀ ਨੇ ਜਿਹੜੇ ਉਹ ਕਿਰਕੇ ਬਾਹਰ ਡਿੱਗ ਪੈਂਦੇ ਨੇ। ਭਾਵ ਕੀ ਨੇ, ਮੇਰੀਆਂ ਅੱਖਾਂ ਵਿੱਚੋਂ ਛਮ-ਛਮ ਕਰਕੇ ਜਿਹੜੇ ਅਥਰੂ ਹੈ ਆ ਜਾਂਦੇ ਨੇ। ਸ਼ੀਸ਼ਾ ਟੁੱਟੇ ਤਾਂ ਰਾਹਾਂ ਵਿੱਚ ਕੰਚ ਦੇ ਟੁਕੜੇ ਚਮਕਣ, ਦਿਲ ਟੁੱਟੇ ਤਾਂ ਚੋਰੀ ਚੋਰੀ ਅੱਖੀਓਂ ਅਥਰੂ ਵਰਸਣ, ਰੜਕਣ ਨਾ ਲੋਕਾਂ ਦੇ ਪੈਰੀਂ ਆਪਣੇ ਹੀ ਸੀਨੇ ਕਸਕਣ, ਅੱਜ ਮੇਰੇ ਕੋਲੋਂ ਕੰਚ ਦਾ ਗਲਾਸ ਟੁੱਟਾ। ਠੀਕ ਹੈ, ਸ਼ੀਸ਼ਾ ਟੁੱਟਾ ਤਾਂ ਰਾਹਾਂ ਵਿੱਚ ਕੰਚ ਦੇ ਟੁਕੜੇ ਚਮਕਣ। ਕਵੀ ਮੁਟਿਆਰ ਦੇ ਜਿਹੜੇ ਦਿਲ ਦੇ ਜਜ਼ਬਾਤ ਨੇ ਉਹਨੂੰ ਪੇਸ਼ ਕਰਦਾ ਹੋਇਆ ਕਹਿੰਦਾ ਹੈ ਕਿ ਮੁਟਿਆਰ ਹੈ ਜਿਹੜੀ ਉਹ ਆਪਣੀ ਮਾਂ ਨੂੰ ਸੰਬੋਧਨ ਕਰਦੀ ਹੋਈ ਕਹਿੰਦੀ ਹੈ। ਕੀ ਕਹਿੰਦੀ ਹੈ? ਜੇਕਰ ਰਸਤੇ ਦੇ ਵਿੱਚ ਕਹਿੰਦੇ ਸ਼ੀਸ਼ਾ ਟੁੱਟਾ ਹੋਇਆ ਹੋਵੇ ਤਾਂ ਜਿਹੜੇ ਉਹਦੇ ਟੁਕੜੇ ਚਮਕਦੇ ਰਹਿੰਦੇ ਨੇ, ਪਰ ਜੇ ਕਿਸੇ ਦਾ ਦਿਲ ਟੁੱਟ ਜਾਵੇ ਤਾਂ ਉਹ ਕੀ ਆ, ਉਹ ਚੋਰੀ ਚੋਰੀ ਅੱਖਾਂ ਦੇ ਵਿੱਚੋਂ ਉਹਦੇ ਅਥਰੂ ਵਗਦੇ ਨੇ। ਰੜਕਣ ਨਾ ਲੋਕਾਂ ਦੇ ਪੈਰਾਂ ਵਿੱਚ ਆਪਣੇ ਹੀ ਸੀਨੇ ਕਸਕਣ। ਕਸਕਣ ਹੁੰਦਾ ਚੀਜ਼ ਪੈਣੀ ਜਾਂ ਕੋਈ ਦਰਦ ਤਕਲੀਫ ਹੋਣੀ। ਠੀਕ ਹੈ, ਇਹ ਅੱਖੀਆਂ ਦੇ ਵਿੱਚੋਂ ਨਿਕਲੇ ਹੰਝੂ ਨੇ ਜਿਹੜੇ ਲੋਕਾਂ ਦੇ ਪੈਰਾਂ 'ਚ ਨਹੀਂ ਰੜਕਦੇ ਹੈਗੇ, ਇਹ ਆਪਣੇ ਹੀ ਸੀਨੇ ਦੇ ਵਿੱਚ ਕੀ ਨੇ, ਚੀਜ਼ ਪੈਦਾ ਕਰਦੇ ਨੇ। ਠੀਕ ਹੈ, ਭਾਵ ਕੀ ਹੈ, ਟੁੱਟੇ ਹੋਏ ਦਿਲ ਦੇ ਅੰਦਰ ਦਰਦ ਪੈਦਾ ਕਰਦੇ ਨੇ ਤੇ ਨੈਣਾ ਰਾਹੀਂ ਹੰਝੂ ਬਣ ਕੇ ਇਹ ਵਾਪਸ ਆਉਂਦੇ ਨੇ। ਸਸਤੀਆਂ ਇੱਥੇ ਬਹੁਤ ਜ਼ਮੀਨਾਂ ਮਹਿੰਗੀਆਂ, ਬਹੁਤ ਜ਼ਮੀਨਾਂ ਮਹਿੰਗਾ ਰਾਣੀ ਹਾਰ ਤੇ ਸਸਤਾ ਸਦਰਾਂ ਭਰਿਆ ਸੀਨਾ, ਦਿਲ ਦਾ ਨਿੱਘ ਨਾ ਮੰਗੇ ਕੋਈ, ਸਭ ਮੰਗਦੇ ਪਸ਼ਮੀਨਾ। ਪਸ਼ਮੀਨਾ ਹੁੰਦਾ ਉਹਨਾਂ ਦਾ ਕੱਪੜਾ। ਅੱਜ ਮੇਰੇ ਕੋਲੋਂ ਕੰਚ ਦਾ ਗਲਾਸ ਟੁੱਟਾ। ਠੀਕ ਹੈ, ਕਵੀ ਮੁਟਿਆਰ ਦੇ ਜਿਹੜੇ ਦਿਲ ਦੇ ਜਜ਼ਬਾਤ ਨੇ ਉਹਨਾਂ ਨੂੰ ਪੇਸ਼ ਕਰਦਾ ਹੈ। ਕਹਿੰਦਾ ਹੈ ਵੀ ਇੱਥੇ ਬਹੁਤ ਸਾਰੀਆਂ ਜਿਹੜੀਆਂ ਸਸਤੀਆਂ ਤੇ ਬਹੁਤ ਮਹਿੰਗੀਆਂ ਜ਼ਮੀਨਾਂ ਨੇ। ਜਿਵੇਂ ਔਰਤ ਦੇ ਗਲ ਦੇ ਵਿੱਚ ਪਾਇਆ ਜਾਣ ਵਾਲਾ ਜਿਹੜਾ ਰਾਣੀ ਹਾਰ ਉਹ ਬਹੁਤ ਮਹਿੰਗਾ ਹੁੰਦਾ। ਠੀਕ ਹੈ, ਪਰ ਉਸਦੇ ਆਸਾਂ ਦੇ ਨਾਲ ਉਹ ਭਰਿਆ ਹੋਇਆ ਹੁੰਦਾ। ਠੀਕ ਹੈ, ਦਿਲ ਦਾ ਨਿੱਘ ਨਾ ਮੰਗੇ ਕੋਈ, ਕੋਈ ਸਭ ਮੰਗਦੇ ਪਸ਼ਮੀਨਾ। ਠੀਕ ਹੈ, ਕਹਿੰਦੇ ਦਿਲ ਦਾ ਨਿੱਘ, ਭਾਵ ਕਿਸੇ ਦੇ ਦਿਲ ਦਾ ਜਿਹੜਾ ਨਿੱਘ ਹੈ, ਕਿਸੇ ਦੇ ਦਿਲ ਦੇ ਵਿੱਚ ਜੋ ਵੀ ਜਜ਼ਬਾਤ ਨੇ ਉਹਨਾਂ ਦਾ ਕੋਈ ਮੁੱਲ ਨਹੀਂ ਹੈਗਾ। ਠੀਕ ਹੈ, ਦਿਲ ਦਾ ਜਿਹੜਾ ਨਿੱਘ ਹੈ ਇੱਥੇ ਕੋਈ ਨਹੀਂ ਮੰਗਦਾ ਹੈਗਾ, ਹਰ ਕੋਈ ਵਧੀਆ ਪਸ਼ਮ ਦਾ ਉਹਨਾਂ ਦਾ ਕੱਪੜਾ ਮੰਗਦਾ। ਪਸ਼ਮੀਨਾ ਕੀ ਹੁੰਦਾ? ਵਧੀਆ ਉਹਨਾਂ ਦਾ ਕੱਪੜਾ। ਠੀਕ ਹੈ, ਵੀ ਉਹੀ ਮੰਗਦਾ ਹੈ। ਦਿਲਾਂ ਦੇ ਅੰਦਰ ਕੀ ਹੈ, ਇਹ ਕਿਸੇ ਲਈ ਕਿੰਨੀ ਕੁ ਤੜਫ ਜਾਂ ਪਿਆਰ ਹੈ, ਇਸ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੁੰਦਾ ਹੈਗਾ। ਪਰ ਅੱਜ ਮੇਰੇ ਕੋਲੋਂ ਜਿਹੜਾ ਕੰਚ ਦਾ ਗਲਾਸ ਟੁੱਟ ਜਾਣ ਦੇ ਨਾਲ ਮੇਰੀ ਅਮੜੀ ਨੇ ਮੈਨੂੰ ਝਿੜਕਾਂ ਮਾਰਨ ਤੇ ਮੇਰੀਆਂ ਅੱਖਾਂ ਦੇ ਵਿੱਚੋਂ ਜਿਹੜੇ ਛਮ-ਛਮ ਕਰਦੇ ਅਥਰੂ ਨੇ ਉਹ ਵਗਦੇ ਪਏ ਨੇ। ਮਾਏ ਨੀ ਸੁਣ ਮੇਰੀਏ ਮਾਏ, ਕਰਮ ਇਨਾ ਹੀ ਕਰਦੇ, ਨਾ ਦੇ ਨਾ ਹੀ ਸੋਨੇ ਦਾ ਟਿੱਕਾ, ਸਿਰ ਉੱਤੇ ਹੱਥ ਧਰਦੇ, ਮਾਏ ਨੀ ਕੁਝ ਹੋਰ ਨਾ ਮੰਗਾ, ਰਾਂਝਾ ਮੈਨੂੰ ਵਰਦੇ, ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਾ। ਹੁਣ ਇਸ ਦੇ ਵਿੱਚ ਕਵੀ ਕੀ ਕਹਿੰਦਾ ਹੈ? ਇਹਨਾਂ ਸਤਰਾਂ ਦੇ ਵਿੱਚ ਮੁਟਿਆਰ ਹੈ ਹੁਣ ਆਪਣੀ ਮਾਂ ਨੂੰ ਸੰਬੋਧਨ ਕਰਦੀ ਹੋਈ ਕਹਿੰਦੀ ਹੈ ਕਿ ਮੇਰੀਏ ਮਾਏ, ਮੇਰੀ ਇੱਕ ਗੱਲ ਸੁਣ, ਮੇਰੇ ਉੱਤੇ ਇੰਨਾ ਕੁ ਅਹਿਸਾਨ ਕਰ ਦੇ ਕਿ ਮੈਂ ਭਾਵੇਂ ਤੂੰ ਮੈਨੂੰ ਕਹਿੰਦੀ ਵੀ ਸੋਨੇ ਦਾ ਵੀ ਟਿੱਕਾ ਨਾ ਬਣਾ ਕੇ ਦੇਵੀਂ, ਸਿਰਫ ਮੇਰੇ ਸਿਰ ਦੇ ਉੱਤੇ ਇੱਕ ਪਿਆਰ ਭਰਿਆ ਹੱਥ ਰੱਖ ਦੇ। ਠੀਕ ਹੈ, ਮੈਂ ਤੇਰੇ ਕੋਲੋਂ ਹੋਰ ਕੁਝ ਨਹੀਂ ਮੰਗਦੀ, ਮੈਨੂੰ ਸਿਰਫ ਮੇਰਾ ਰਾਂਝਾ ਵਰ ਦੇ ਰੂਪ ਦੇ ਵਿੱਚ, ਭਾਵ ਜਿਹੜਾ ਮੇਰਾ ਪਿਆਰ ਹੈ, ਮੇਰਾ ਵਿਆਹ ਹੈ, ਮੇਰੇ ਜਿਸ ਦੇ ਨਾਲ ਮੈਂ ਪਿਆਰ ਕਰਦੀ ਹਾਂ ਉਸ ਦੇ ਨਾਲ ਹੀ ਮੇਰਾ ਵਿਆਹ ਕਰ ਦੇ, ਮੇਰੀ ਪਸੰਦ ਦੇ ਵਰ ਦੇ ਨਾਲ, ਰਾਂਝੇ ਨਾਲ ਕਰਵਾ ਦੇ, ਮੇਰੇ ਉੱਤੇ ਬਸ ਇੰਨੀ ਹੀ ਮਿਹਰਬਾਨੀ ਕਰ ਦੇ। ਭਾਵ ਕੀ ਹੈ, ਮੇਰੇ ਦਿਲ ਦੀ ਮੁਰਾਦ ਪੂਰੀ ਕਰ ਦੇ। ਇਸੀ ਬੇਟਾ ਸੁਰਜੀਤ ਪਾਤਰ ਦੀ ਆਧੁਨਿਕ ਕਵਿਤਾ ਦਾ ਲਾਸਟ ਚੈਪਟਰ, ਆਪਣੇ ਇਹ ਸਾਰੇ ਚੈਪਟਰ 15 ਚੈਪਟਰ ਕੰਪਲੀਟ ਹੋ ਚੁੱਕੇ ਨੇ। ਸੋ ਤੁਸੀਂ ਸਾਰਿਆਂ ਨੇ ਵੀਡੀਓ ਨੂੰ ਧਿਆਨ ਨਾਲ ਦੇਖਣਾ, ਸਮਝਣਾ ਤੇ ਵਧੀਆ ਤਰੀਕੇ ਦੇ ਨਾਲ ਆਪਣੇ ਐਗਜ਼ਾਮ ਦੀ ਤਿਆਰੀ ਕਰਨੀ ਹੈ।